ਸੋ ਚੈਪਟਰ 7 ਕੰਟਰੋਲ ਐਂਡ ਕੋਆਰਡੀਨੇਸ਼ਨ ਦੇ ਵਿੱਚ ਅੱਜ ਅਸੀਂ ਹਾਰਮੋਨਸ ਇਨ ਐਨੀਮਲਸ ਪੜਾਂਗੇ ਕਿ ਐਨੀਮਲਸ ਦੇ ਵਿੱਚ ਕਿਹੜੇ ਹਾਰਮੋਨਸ ਕਿਹੜੀ ਗਲੈਂਡ ਪ੍ਰੋਡਿਊਸ ਕਰਦੇ ਆ ਔਰ ਉਹ ਹਾਰਮੋਨਸ ਜਿਹੜੇ ਬਾਡੀ ਦੇ ਵਿੱਚ ਕਿੱਦਾਂ ਹੈਲਪ ਕਰਦੇ ਆ ਐਕਸ਼ਨ ਲੈਣ ਦੇ ਲਈ। ਸੋ ਪ੍ਰੀਵੀਅਸ ਵੀਡੀਓ ਤੁਸੀਂ ਠੀਕ ਆ ਲਿੰਕ ਦੇ ਵਿੱਚ ਦੇਖ ਸਕਦੇ ਆ। ਸੋ ਸਟਾਰਟ ਕਰਦੇ ਆ। ਹਾਰਮੋਨਸ ਇਨ ਐਨੀਮਲਸ। ਸੋ ਹਾਊ ਆਰ ਸੱਚ chemical or hormonal means of information transmission used in animals। so ठीक है ਜਿਹੜੇ chemical और hormones signals ਜੋ body ਦੇ ਵਿੱਚ ਹੁੰਦੇ ਆ ਜਿਨ੍ਹਾਂ ਨੂੰ means of information transmission ਕਿਹਾ ਗਿਆ ਆ ਉਹ ਕਿੱਦਾਂ ਵਰਤੇ ਜਾਂਦੇ ਆ animal body ਦੇ ਵਿੱਚ। what do some animals for instance squirrel experience when they are in scary situation। so ਇੱਥੇ ਇੱਕ situation ਲਈ ਹੋਈ ਆ ਕਿ ਐਨੀਮਲਸ ਲਾਈਕ ਇੱਥੇ ਐਗਜ਼ਾਮਪਲ ਲਈ ਹੋਈ ਹੈ ਸਕੁਐਰਲ ਦੀ ਕਿ ਸਕੇਰੀ ਸਿਚੁਏਸ਼ਨਸ ਦੇ ਵਿੱਚ ਉਹਨਾਂ ਦਾ ਕਿੱਦਾਂ ਦਾ ਐਕਸਪੀਰੀਅੰਸ ਹੁੰਦਾ ਆ। ਦੇਅਰ ਬੋਡੀਜ਼ ਹੁਣ ਦੇਅਰ ਬੋਡੀਜ਼ ਕਿਹਨਾਂ ਬਾਰੇ ਗੱਲ ਕੀਤੀ ਗਈ ਹੈ ਸਕੁਐਰਲ ਦੀ ਐਗਜ਼ਾਮਪਲ ਲਈ ਗਈ ਹੈ ਉਹਨਾਂ ਦੀ ਬੋਡੀ ਦੀ ਗੱਲ ਕੀਤੀ ਗਈ ਆ। ਦੇਅਰ ਬੋਡੀਜ਼ ਹੈਵ ਟੂ ਪ੍ਰੀਪੇਅਰ ਫॉर ਆਈਦਰ ਫਾਈਟਿੰਗ ਔਰ ਰਨਿੰਗ ਅਵੇ ਸੀਗਾ ਉਹ ਜਿਹੜੇ ਉਹਨਾਂ ਦੀ ਬੋਡੀ ਦੇ ਵਿੱਚ ਜੋ ਵੀ ਜਦੋਂ ਕੋਈ ਇੱਕ ਸਿਚੁਏਸ਼ਨ ਆ ਚਾਹੇ ਉਹਨਾਂ ਨੇ ਫਾਈਟਿੰਗ ਕਰਨੀ ਆ ਚਾਹੇ ਉਹਨੇ ਕਿਸੇ ਚੀਜ਼ ਤੋਂ ਡਰ ਕੇ ਦੂਰ ਭੱਜਣਾ ਆ ਠੀਕ ਹੈ। ਇਹ ਦੋ ਵੱਖਰੀ ਤਰ੍ਹਾਂ ਦੀਆਂ ਕੰਪਲੀਕੇਟਡ ਐਕਟੀਵਿਟੀਜ਼ ਆ ਜਿਨ੍ਹਾਂ ਦੇ ਲਈ ਉਹਨਾਂ ਨੂੰ ਬਹੁਤ ਕੰਟਰੋਲਡ ਵੇ ਦੇ ਵਿੱਚ એનર્ਜੀ ਯੂਜ਼ ਕਰਨੀ ਪੈਂਦੀ ਆ। ਸੋ ਇਹਨਾਂ ਦੋ ਵੱਖਰੀ ਤਰ੍ਹਾਂ ਦੀਆਂ ਐਕਟੀਵਿਟੀਜ਼ ਦੇ ਲਈ ਵੱਖਰੀ ਤਰ੍ਹਾਂ ਦੇ ਟਿਸ਼ੂ ਬੋਡੀ ਦੇ ਵਿੱਚ ਉਹਨਾਂ ਦੀ ਪ੍ਰੈਪਰੇਸ਼ਨ ਕਰਦੇ ਆ ਤਾਂ ਕਿ ਉਹ ਇੱਦਾਂ ਦੀਆਂ ਐਕਟੀਵਿਟੀਜ਼ ਲੈ ਸਕਣ। ਬਟ ਉਹ ਮਸਲਸ ਜਿਹੜੇ ਆਪਣੇ ਆਪ ਐਕਸ਼ਨ ਨਹੀਂ ਲੈਂਦੇ ਉਹ ਹਾਰਮੋਨਸ ਦੁਆਰਾ ਐਕਸ਼ਨ ਲਿਆ ਜਾਂਦਾ। ਸੋ ਉਹ ਆਪਾਂ ਦੇਖਦੇ ਹਾਂ ਕਿ ਕਿੱਦਾਂ ਬੋਡੀ ਦੇ ਵਿੱਚ ਉਹਨਾਂ ਦੇ ਐਕਸ਼ਨ ਹੁੰਦਾ ਆ। ਇਫ ਦਾ ਬੋਡੀ ਡਿਜ਼ਾਈਨ ਇਨ ਦਾ ਸਕੁਐਰਲ ਰਿਲਾਈਡ only on the electrical impulse by nerve cells, the range of tissues instructed to prepare for the coming activity would be limited। अगर कहते जे असी स्क्वैरल दी बॉडी डिज़ाइन देखते हैं अगर ओनली रिलाई करती है इलैक्ट्रिकल इंपल्स अगर वो बॉडी के कल्ली इलैक्ट्रिकल इंपल्स जनरेट होंगी आ नर्व सैल्स के द्वारा ਤਾਂ ਕਹਿੰਦੇ ਜਿਹੜੀ ਉਹਦੀ ਟਿਸ਼ੂ ਨੂੰ ਇੰਸਟਰਕਸ਼ਨ ਮਿਲਦੀ ਆ ਐਕਟੀਵਿਟੀ ਲੈਣ ਦੇ ਲਈ ਉਹ ਲਿਮਟਿਡ ਹੋ ਸਕਦੀ ਹੈ ਅਗਰ ਕੱਲੀ ਇਲੈਕਟ੍ਰੀਕਲ ਇੰਪਲਸ ਦੀ ਗੱਲ ਕਰੀਏ। ਔਨ ਦਾ ਅਦਰ ਹੈਂਡ ਇਫ ਦਾ ਕੈਮੀਕਲ ਸਿਗਨਲ were to be sent as well it would reach all cells of the body and provided the wide ranging changes needed। so ਅਗਰ ਕਹਿੰਦੇ ਅਸੀਂ ਕੈਮੀਕਲ ਸਿਗਨਲ ਦੀ ਗੱਲ ਕਰੀਏ ਅਗਰ ਕੈਮੀਕਲ ਸਿਗਨਲ ਉਹਦੀ ਬੋਡੀ ਦੇ ਵਿੱਚ ਸੈਂਡ ਹੁੰਦਾ ਹੈ ਕਿਸੇ ਐਕਟੀਵਿਟੀ ਦੇ ਲਈ ਤਾਂ ਇਹ ਕੀ ਕਰਦਾ ਆ ਸਾਰੇ ਸੈੱਲ ਜਿਹੜੇ ਜਿੰਨੇ ਵੀ ਬੋਡੀ ਦੇ ਵਿੱਚ ਆ ਉਹਨਾਂ ਨੂੰ ਸਿਗਨਲ ਪਹੁੰਚਾ ਕੇ ਜਿੰਨੀਆਂ ਵੀ ਬੋਡੀ ਦੇ ਵਿੱਚ ਚੇਂਜਿਸ ਦੀ ਲੋੜ ਹੁੰਦੀ ਉਸ ਐਕਸ਼ਨ ਨੂੰ ਲੈਣ ਦੇ ਲਈ ਉਹਦੇ ਲਈ ਪ੍ਰਪੇਅਰ ਕਰਦਾ ਐਨੀਮਲਸ ਨੂੰ। ਸੋ ਦਿਸ ਇਜ਼ ਡਨ ਇਨ ਮੈਨੀ ਐਨੀਮਲਸ। ਸੋ ਇਸ ਤਰ੍ਹਾਂ ਜਿਹੜੇ ਬਹੁਤ ਸਾਰੇ ਐਨੀਮਲਸ ਦੇ ਵਿੱਚ ਹੁੰਦਾ ਆ ਇਨਕਲੂਡ ਹਿਊਮਨ ਬੀਇੰਗਸ ਦੇ ਵਿੱਚ ਵੀ ਇੱਦਾਂ ਦੀਆਂ ਜਿੰਨੀਆਂ ਵੀ ਐਕਟੀਵਿਟੀਜ਼ ਲਈ ਐਕਸ਼ਨ ਲਿਆ ਜਾਂਦਾ ਉਹਨਾਂ ਦੇ ਵਿੱਚ ਵੀ ਇੱਦਾਂ ਹੀ ਬੋਡੀ ਨੂੰ ਚੇਂਜਿਸ ਲੈਣੇ ਪੈਂਦੇ ਇੱਕਦਮ ਕਿੱਦਾਂ ਯੂਜ਼ਿੰਗ ਅ ਹਾਰਮੋਨ ਕਾਲਡ ਐਡਰੀਨੇਲਾਈਨ। ਸੋ ਹਿਊਮਨ ਬੋਡੀ ਦੇ ਵਿੱਚ ਇੱਕ ਐਡਰੀਨੇਲਾਈਨ ਹਾਰਮੋਨ ਹੁੰਦਾ ਆ ਦੈਟ ਇਜ਼ ਸਿਕ੍ਰੀਟਡ ਫਰੋਮ ਦਾ ਐਡਰੀਨਲ ਗਲੈਂਡਸ। ਸੋ ਹਿਊਮਨ ਬੋਡੀ ਦੇ ਵਿੱਚ ਐਡਰੀਨਲ ਗਲੈਂਡਸ ਹੁੰਦੀਆਂ ਜਿਹੜੀਆਂ ਐਡਰੀਨੇਲਾਈਨ ਹਾਰਮੋਨ ਪ੍ਰੋਡਿਊਸ ਕਰਦੀਆਂ ਆ ਸਿਕ੍ਰੀਟ ਕਰਦੀਆਂ ਆ। ਸੋ ਅਸੀਂ ਹੁਣ ਇਹਦਾ ਫੰਕਸ਼ਨ ਦੇਖ ਲੈਂਦੇ ਕਿ ਐਡਰੀਨੇਲਾਈਨ ਹਾਰਮੋਨ ਜਿਹੜਾ ਆ ਉਹ ਹਿਊਮਨ ਬੋਡੀ ਦੇ ਵਿੱਚ ਕਿੱਦਾਂ ਕੰਮ ਕਰਦਾ ਆ। ਸੋ ਐਡਰੀਨੇਲਾਈਨ ਇਜ਼ ਸਿਕ੍ਰੀਟਡ ਡਾਇਰੈਕਟਲੀ ਇਨਟੂ ਬਲੱਡ। ਸੋ ਐਡਰੀਨੇਲਾਈਨ ਕਿੱਥੇ ਸਿਕ੍ਰੀਟ ਹੁੰਦਾ ਡਾਇਰੈਕਟ ਬਲੱਡ ਸਟਰੀਮ ਦੇ ਵਿੱਚ ਸਿਕ੍ਰੀਟ ਹੁੰਦਾ ਆ ਐਂਡ ਕੈਰੀ ਟੂ ਦਾ ਡਿਫਰੈਂਟ ਪਾਰਟ ਆਫ ਬੋਡੀ ਤੇ ਸਾਰੀ ਬੋਡੀ ਪਾਰਟਸ ਦੇ ਦੁਆਰਾ ਇਹਨੂੰ ਯੂਜ਼ ਕੀਤਾ ਜਾਂਦਾ ਆ ਕਿਉਂਕਿ ਬਲੱਡ ਜਿਹੜਾ ਪੂਰੀ ਹੋਲ ਬੋਡੀ ਦੇ ਵਿੱਚ ਆ ਸਾਰੇ ਆਰਗਨਸ ਦੇ ਵਿੱਚ ਬਲੱਡ ਜਾਂਦਾ ਆ। ਸੋ ਇਸ ਕਰਕੇ ਐਡਰੀਨੇਲਾਈਨ ਬਲੱਡ ਦੇ ਥਰੂ ਪੂਰੀ ਬੋਡੀ ਦੇ ਵਿੱਚ ਸਰਕੂਲੇਟ ਹੁੰਦਾ ਆ। The target organs or the specific tissues on which it acts include the heart। so body ਦੇ ਵਿੱਚ ਜਿੰਨੇ ਵੀ target organs ਆ ਠੀਕ ਹੈ ਹਾਰਟ ਹੋ ਗਿਆ ਕਿਡਨੀ ਹੋ ਗਿਆ ਲੰਗਸ ਹੋ ਗਿਆ ਇਹਨਾਂ ਸਾਰਿਆਂ ਦੇ ਉੱਤੇ ਇਹ ਐਕਟ ਕਰਦਾ ਹਾਰਟ ਤੇ ਵੀ ਐਕਟ ਕਰਦਾ ਆ ਇਹ ਐਡਰੀਨੇਲਾਈਨ ਹਾਰਮੋਨ ਦੀ ਗੱਲ ਕੀਤੀ ਗਈ ਆ। ਐਜ਼ ਅ ਰਿਜ਼ਲਟ ਦਾ ਹਾਰਟ ਬੀਟਸ ਫਾਸਟਰ। ਸੋ ਐਡਰੀਨੇਲਾਈਨ ਦੇ ਕਰਕੇ ਕੀ ਹੁੰਦਾ ਹੈ ਜਿਹੜਾ ਹਾਰਟ ਬੀਟ ਜਿਹੜੀ ਆ ਸਾਡੀ ਫਾਸਟ ਹੁੰਦੀ ਆ ਉਹਦੇ ਨਾਲ ਕੀ ਹੁੰਦਾ ਪੂਰੀ ਬੋਡੀ ਦੇ ਮਸਲਸ ਤੱਕ ਜਿਹੜੀ ਆਕਸੀਜਨ ਸਪਲਾਈ ਹੁੰਦੀ ਆ। So the blood to the digestive and the skin is reduced due to the contraction of muscles around the small arteries in these organs। this diverts the blood to ਔਰ ਸਕੈਲਟਲ ਮਸਲ। ਸੋ ਇਸ ਤਰ੍ਹਾਂ ਜਿਹੜਾ ਬਲੱਡ ਆ ਜਦੋਂ ਮਸਲਸ ਦੀ ਕੰਟਰੈਕਸ਼ਨ ਔਰ ਰਿਲੈਕਸੇਸ਼ਨ ਹੁੰਦੀ ਆ ਸੋ ਇਸ ਤਰ੍ਹਾਂ ਬਲੱਡ ਜਿਹੜਾ ਸਾਡੇ ਪੂਰੇ ਸਕੈਲਟਲ ਮਸਲਸ ਤੱਕ ਪਹੁੰਚਦਾ ਆ। ਦਾ ਬਰੀਥਿੰਗ ਰੇਟ ਆਲਸੋ ਇਨਕਰੀਜ਼। ਸੋ ਇਹਦੇ ਨਾਲ ਕੀ ਹੋ ਜਾਂਦਾ ਸਾਡਾ ਬਰੀਥਿੰਗ ਰੇਟ ਵੀ ਇਨਕਰੀਜ਼ ਹੋ ਜਾਂਦਾ ਮਤਲਬ ਸਾਡੇ ਸਾਹ ਲੈਣ ਦੀ ਕਿਰਿਆ ਹੈ ਨਾ ਉਹ ਬਰੀਥਿੰਗ ਰੇਟ ਵੀ ਜ਼ਿਆਦਾ ਹੋ ਜਾਂਦਾ ਆ। ਕਿਉਂ ਹੁੰਦਾ ਬਿਕੋਜ਼ ਆਫ ਕੰਟਰੈਕਸ਼ਨ ਆਫ ਡਾਇਫਰਾਗਮ ਐਂਡ ਦਾ ਰਿਬ ਮਸਲਸ। ਡਾਇਫਰਾਗਮ ਤੁਹਾਨੂੰ ਪਤਾ ਹੈ ਕਿ ਐਬਡੋਮੀਨਲ ਏਰੀਆ ਔਰ ਚੈਸਟ ਏਰੀਆ ਨੂੰ ਜਿਹੜਾ ਆ ਉਹ ਸੈਪਰੇਟ
ਆਪਰੇਟ ਕਰਨ ਦੇ ਲਈ ਇੱਕ ਇਸ ਤਰ੍ਹਾਂ ਦੀ ਜਿਹੜੀ ਆ ਉਹ ਹੁੰਦੀ ਆ ਉਹਦੀ ਅਗਰ ਤੁਸੀਂ ਡਾਇਗਰਾਮ ਉਧਰ ਦੇਖੀ ਹੋਊਗੀ ਤਾਂ ਡਾਇਫਰਾਮ ਜਿਹੜੀ ਕੰਟਰੈਕਸ਼ਨ ਨਾਲ ਰਿਬ ਮਸਲ ਦੀ ਕੰਟਰੈਕਸ਼ਨ ਨਾਲ ਜੋ ਵੀ ਹੁੰਦਾ ਆ ਉਹਦੇ ਨਾਲ ਕੀ ਬਰੀਥਿੰਗ ਰੇਟ ਇਨਕਰੀਜ਼ ਹੋ ਜਾਂਦਾ ਆ। ਆਲ ਥੀਸ ਰਿਸਪੌਂਸਿਸ ਟੂਗੈਦਰ ਇਨੇਬਲ ਦਾ ਐਨੀਮਲ ਬੋਡੀਜ਼ ਟੂ ਬੀ ਰੈਡੀ ਟੂ ਡੀਲ ਵਿਦ ਸਿਚੁਏਸ਼ਨ। ਸੋ ਕੱਲਾ ਐਡਰੀਨਲਾਈਨ ਜਿਹੜਾ ਆ ਉਹ ਇਹਨਾਂ ਸਾਰੇ ਰਿਸਪੌਂਸਿਸ ਨੂੰ ਕੰਟਰੋਲ ਨਹੀਂ ਕਰ ਸਕਦਾ ਕਈ ਸਿਚੁਏਸ਼ਨ ਦੇ ਵਿੱਚ। ਸੋ ਇਸ ਤੋਂ ਇਲਾਵਾ ਬੋਡੀ ਦੇ ਵਿੱਚ ਹੋਰ ਬਹੁਤ ਸਾਰੀਆਂ ਗਲੈਂਡਸ ਆ, ਹੋਰ ਬਹੁਤ ਸਾਰੇ ਸਿਸਟਮ ਆ ਜਿਹੜੇ ਇਹਨੂੰ ਕੰਟਰੋਲ ਕਰਦੇ ਆ। So such animal hormones as part of endocrine system which constitute a second way of control and coordination in our body। So adrenaline ਤੋਂ ਇਲਾਵਾ ਸਾਡਾ endocrine system ਜਿਹੜਾ ਆ ਉਹ second way ਆ ਕੰਟਰੋਲ ਕਰਨ ਦੇ ਲਈ ਸਾਡੀ ਬੋਡੀ ਦੇ ਵਿੱਚ। So next ਰਿਮੈਂਬਰ ਦੈਟ ਪਲਾਂਟ ਹੈਵ ਹਾਰਮੋਨਸ। ਠੀਕ ਹੈ, ਅਸੀਂ ਅਗਰ ਤੁਸੀਂ ਪ੍ਰੀਵੀਅਸ ਵੀਡੀਓ ਦੇਖੀ ਆ ਤਾਂ ਸਾਨੂੰ ਯਾਦ ਹੋਊਗਾ ਕਿ ਜਿਹੜੇ ਪਲਾਂਟਸ ਦੇ ਵਿੱਚ ਹਾਰਮੋਨ ਹੁੰਦੇ ਆ, ਠੀਕ ਹੈ, ਉਹ ਕੰਟਰੋਲ ਕਰਦੇ ਆ ਡਾਇਰੈਕਸ਼ਨਲ ਗਰੋਥ ਪਲਾਂਟਸ ਦੀ। ਠੀਕ ਆ, ਆਕਸੀਜਨ ਪੜਿਆ ਸੀ ਨਾ, ਆਕਸੀਜਨ ਹਾਰਮੋਨ ਹੁੰਦਾ ਆ, ਉਹ ਡਿਪੋਜ਼ਿਟ ਹੋ ਜਾਂਦਾ ਵਨ ਸਾਈਡ ਤੇ ਦੂਜੀ ਸਾਈਡ ਨੂੰ ਉਹ ਸਟਿਮੂਲੇਟ ਕਰ ਦਿੰਦਾ ਕਿ ਉਹ ਗਰੋ ਕਰੇ। ਡਾਇਰੈਕਸ਼ਨਲ ਗਰੋਥ ਹੁੰਦੀ ਆ ਪਲਾਂਟਸ ਦੀ। ਦੈਨ ਵਟ ਫੰਕਸ਼ਨ ਡੂ ਐਨੀਮਲ ਹਾਰਮੋਨਸ ਪਰਫੋਰਮ। ਸੋ ਐਨੀਮਲ ਹਾਰਮੋਨਸ ਕਿੱਦਾਂ ਆਪਣਾ ਫੰਕਸ਼ਨ ਪਰਫੋਰਮ ਕਰਦੇ ਬੋਡੀ ਦੇ ਵਿੱਚ। On the face of it, we cannot imagine their role in directional growth. We have never seen an animal growing more in one direction or the other depending on the light or gravity, but if we think about it a bit more, it will become evident that even in animal bodies growth happen in carefully controlled place। ਠੀਕ ਹੈ, ਹੁਣ ਕਹਿੰਦੇ ਆਪਾਂ ਕਦੇ ਨਹੀਂ ਦੇਖਿਆ ਕਿ ਜਿਹੜੀ ਐਨੀਮਲਸ ਦੇ ਵਿੱਚ ਜਾਂ ਤਾਂ ਡਾਇਰੈਕਸ਼ਨਲ ਗਰੋਥ ਹੁੰਦੀ ਆ ਜਾਂ ਵਨ ਸਾਈਡਡ ਹੁੰਦੀ ਆ ਜਾਂ ਜਿਹੜੀ ਆ ਲਾਈਟ ਜਾਂ ਗ੍ਰੈਵਿਟੀ ਕਰਕੇ ਗਰੋਥ ਹੁੰਦੀ ਆ। ਸੋ ਸਾਡੀ ਬੋਡੀ ਦੇ ਵਿੱਚ ਜਿਹੜਾ ਜਿੰਨੀ ਵੀ ਗਰੋਥ ਐਨੀਮਲ ਬੋਡੀਜ਼ ਦੀ ਹੁੰਦੀ ਆ ਉਹ ਬਹੁਤ ਕੰਟਰੋਲਡ ਪਲੇਸਿਸ ਦੇ ਵਿੱਚ ਹੁੰਦੀ ਆ, ਕੇਅਰਫੁਲੀ ਹੁੰਦੀ ਆ। ਪਲਾਂਟਸ ਵਿਲ ਗਰੋ ਲੀਵਸ ਇਨ ਮੈਨੀ ਪਲੇਸਿਸ ਔਨ ਦਾ ਪਲਾਂਟ ਬੋਡੀ। ਸੋ ਜਿਹੜੇ ਪਲਾਂਟਸ ਆ ਉਹ ਲੀਵਸ ਗਰੋ ਕਰਦੇ ਆ ਪੂਰੀ ਪਲਾਂਟ ਬੋਡੀ ਤੇ। ਫੋਰ ਐਗਜ਼ਾਮਪਲ ਠੀਕ ਹੈ, ਬਟ ਵੀ ਡੂ ਨਾਟ ਗਰੋ ਫਿੰਗਰਸ ਔਨ ਆਰ ਫੇਸ। ਠੀਕ ਹੈ, ਬਟ ਅਸੀਂ ਆਪਣੀ ਬੋਡੀ ਦੇ ਵਿੱਚ ਅਗਰ ਹਿਊਮਨ ਬੋਡੀ 'ਚ ਦੇਖੀਏ ਤਾਂ ਸਾਡੀ ਜਿਹੜੇ ਫਿੰਗਰਸ ਆ ਉਹ ਫਿੰਗਰਸ ਵਾਲੀ ਪਲੇਸ ਤੇ, ਸਾਡੇ ਫਿੱਟ ਜਿਹੜੇ ਆ ਪੈਰ ਆ ਸਾਡੇ ਉਹ ਪੈਰਾਂ ਦੀ ਪਲੇਸ ਤੇ। ਅਸੀਂ ਕਦੇ ਨਹੀਂ ਦੇਖਿਆ ਕਿ ਸਾਡੀਆਂ ਫਿੰਗਰਸ ਜਿਹੜੀਆਂ ਉਹ ਫੇਸ ਤੇ ਗਰੋ ਹੋ ਰਹੀਆਂ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਕੇਅਰਫੁਲੀ ਮੇਨਟੇਨਡ ਕੀਤੀਆਂ ਜਾਂਦੀਆਂ ਆ ਈਵਨ ਡਿਊਰਿੰਗ ਦਾ ਗਰੋਥ ਆਫ ਚਿਲਡਰਨ। ਠੀਕ ਹੈ, ਸਾਡੇ ਬਚਪਨ ਤੋਂ ਹੀ ਜਿਹੜੀ ਸਾਡੀ ਬੋਡੀ ਦਾ ਡਿਜ਼ਾਈਨ ਆ ਉਹ ਕੇਅਰਫੁਲੀ ਮੇਨਟੇਨਡ ਆ ਥਰੂ ਐਂਡੋਕਰਾਈਨ ਸਿਸਟਮ, ਥਰੂ ਹਾਰਮੋਨਸ। ਸੋ ਹਾਰਮੋਨਸ ਕਰਕੇ ਹੀ ਸਾਡੀ ਬੋਡੀ ਦੇ ਵਿੱਚ ਜਿਹੜੀ ਚੀਜ਼ ਜਿਹੜਾ ਸਾਡਾ ਆਰਗਨ ਜਿਹੜੀ ਜਗ੍ਹਾ ਆ ਉਹ ਉੱਥੇ ਹੁੰਦਾ ਆ। ਸੋ let us examine some examples to understand how hormones help in coordinating growth. We have all seen salt packets which say iodized salt and enriched with iodine। ਸੋ ਅਸੀਂ ਦੇਖਿਆ ਹੋਣਾ ਕਿ ਆਪਾਂ ਜਿਹੜਾ ਘਰ ਦੇ ਵਿੱਚ ਨਮਕ ਯੂਜ਼ ਕਰਦੇ ਹਾਂ, ਠੀਕ ਆ, ਉਹ enrich with iodine ਹੁੰਦਾ ਹੈ। ਠੀਕ ਹੈ, iodized salt ਕਿਹਾ ਜਾਂਦਾ ਨਾ, ਯੂਜ਼ ਕਰੋ। why it is important, ਠੀਕ ਹੈ, ਕਿਉਂ ਜ਼ਰੂਰੀ ਆ? ਕਿਉਂਕਿ iodine is necessary ਫॉर ਦਾ ਥਾਇਰੋਇਡ ਗਲੈਂਡ। ਸੋ ਜਿਹੜੀ ਸਾਡੀ ਬੋਡੀ ਦੇ ਵਿੱਚ ਥਾਇਰੋਇਡ ਗਲੈਂਡ ਆ, ਠੀਕ ਆ, ਜਿਹੜਾ ਸਾਡਾ ਮੈਟਾਬੋਲਿਜ਼ਮ ਕੰਟਰੋਲ ਕਰਦੀ ਆ, ਉਸ ਗਲੈਂਡ ਨੂੰ ਰੈਗੂਲੇਟ ਕਰਨ ਦੇ ਲਈ, ਠੀਕ ਆ, ਉਹਨੂੰ ਠੀਕ ਰੱਖਣ ਦੇ ਲਈ ਜਿਹੜਾ ਆਇਓਡੀਨ ਆ ਉਹ ਬਹੁਤ ਜ਼ਿਆਦਾ ਨੈਸੈਸਰੀ ਆ। ਆਇਓਡੀਨ ਇਜ਼ ਨੈਸੈਸਰੀ ਫॉर ਥਾਇਰੋਇਡ ਟੂ ਮੇਕ ਦਾ ਥਾਇਰੋਕਸਿਨ ਹਾਰਮੋਨ। ਸੋ ਥਾਇਰੋਇਡ ਗਲੈਂਡ ਜਿਹੜਾ ਥਾਇਰੋਕਸਿਨ ਹਾਰਮੋਨ ਪ੍ਰੋਡਿਊਸ ਕਰਦੀ ਆ। ਸੋ ਦੈਨ ਥਾਇਰੋਕਸਿਨ ਰੈਗੂਲੇਟ ਸੋ ਥਾਇਰੋਕਸਿਨ ਬੋਡੀ ਦੇ ਵਿੱਚ ਕੀ ਕਰਦਾ, ਜਿੰਨਾ ਵੀ ਅਸੀਂ ਕਾਰਬੋਹਾਈਡਰੇਟ ਲੈਂਦੇ ਹਾਂ, ਪ੍ਰੋਟੀਨ, ਫੈਟ, ਮੈਟਾਬੋਲਿਜ਼ਮ ਇਨ ਦਾ ਬੋਡੀ, ਸੋ ਐਜ਼ ਟੂ ਪ੍ਰੋਵਾਈਡ ਦਾ ਬੈਸਟ ਬੈਲੈਂਸ ਆਫ ਆਰ ਗਰੋਥ। ਸੋ ਗਰੋਥ ਦੇ ਲਈ ਜਿੰਨਾ ਅਸੀਂ ਕਾਰਬੋਹਾਈਡਰੇਟ, ਪ੍ਰੋਟੀਨ, ਫੈਟ ਲੈਂਦੇ ਹਾਂ, ਉਸ ਚੀਜ਼ ਨੂੰ ਸਾਰਾ ਜੋ ਵੀ ਥਾਇਰੋਕਸਿਨ ਰੈਗੂਲੇਟ ਕਰਦਾ ਆ। ਆਇਓਡੀਨ ਇਜ਼ ਐਸੈਂਸ਼ੀਅਲ ਫॉर ਦਾ ਸਿੰਥੇਸਾਈਜ਼ ਆਫ ਥਾਇਰੋਕਸਿਨ। ਸੋ ਆਇਓਡੀਨ ਕਰਕੇ ਹੀ ਥਾਇਰੋਕਸਿਨ ਜਿਹੜਾ ਸਿੰਥੇਸਾਈਜ਼ ਹੁੰਦਾ ਬੋਡੀ ਦੇ ਵਿੱਚ ਯੂਜ਼ ਕੀਤਾ ਜਾਂਦਾ। ਇਨ ਕੇਸ ਆਇਓਡੀਨ ਇਜ਼ ਡੈਫੀਸ਼ੀਐਂਟ ਇਨ ਆਰ ਡਾਈਟ ਦੇਅਰ ਇਜ਼ ਅ ਪੋਸੀਬਿਲਿਟੀ ਦੈਟ ਵੀ ਮਾਈਟ ਸਫਰ ਫਰਮ ਗੋਇਟਰ। ਠੀਕ ਹੈ, ਸੋ ਗੋਇਟਰ ਜਿਹੜੀ ਇੱਕ ਡਿਸੀਜ਼ ਆ, ਅਗਰ ਸਾਡੀ ਬੋਡੀ ਦੇ ਵਿੱਚ ਆਇਓਡੀਨ ਡੈਫੀਸ਼ੀਐਂਸੀ, ਆਇਓਡੀਨ ਮਤਲਬ ਅਸੀਂ ਆਪਣੀ ਡਾਈਟ ਦੇ ਵਿੱਚ ਘੱਟ ਲੈ ਰਹੇ ਹਾਂ, ਤਾਂ ਉਹਦੇ ਨਾਲ ਕੀ ਹੁੰਦਾ, ਸਾਡੇ ਵਿੱਚ ਇੱਕ ਡਿਸੀਜ਼ ਪੈਦਾ ਹੋ ਜਾਂਦੀ ਗੋਇਟਰ। ਠੀਕ ਆ, ਗੋਇਟਰ ਦੇ ਵਿੱਚ ਕੀ ਹੋ ਜਾਂਦਾ, ਨੈਕ ਜਿਹੜੀ ਬਹੁਤ ਜ਼ਿਆਦਾ ਲਾਰਜ ਹੋਣ ਲੱਗ ਜਾਂਦੀ, ਵੱਡੇ ਸਾਈਜ਼ ਦੀ ਹੋਣ ਲੱਗ ਜਾਂਦੀ ਆ। ਵਨ ਆਫ ਦਾ ਸਿੰਪਟਮ ਇਨ ਦਿਸ ਡਿਸੀਜ਼ ਇਜ਼ ਸਵੋਲਨ ਨੈਕ। ਠੀਕ ਆ, ਨੈਕ ਜਿਹੜੀ ਆ ਬਹੁਤ ਜ਼ਿਆਦਾ ਸਵੈਲਨ ਹੋਣ ਲੱਗ ਜਾਂਦੀ ਆ। ਸੋ ਨੈਕਸਟ ਆਪਾਂ ਗੱਲ ਕਰਦੇ ਹਾਂ ਕਿ ਸਮਟਾਈਮਸ ਵੀ ਕਮ ਅਕ੍ਰੋਸ ਪੀਪਲ ਹੂ ਆਰ
who are either very short or extremely large, ਠੀਕ ਹੈ। ਕਈ ਵਾਰ ਆਪਾਂ ਦੇਖਦੇ ਹਾਂ ਕਿ ਕੋਈ ਪਰਸਨ ਜਿਹੜੇ ਬਹੁਤ ਜ਼ਿਆਦਾ ਲੰਬੇ ਹੁੰਦੇ ਆ ਤਾਂ ਕਈਆਂ ਦੀ ਹਾਈਟ ਜਿਹੜੀ ਬਹੁਤ ਘੱਟ ਹੁੰਦੀ ਆ। ਸੋ ਇਹ ਜਿਹੜੇ ਸਾਰੇ ਇਹ ਵੀ ਦੋ ਹੀ ਜਿਹੜੀ ਗਰੋਥ ਆ, ਜਾਂ ਤਾਂ ਬਹੁਤ ਸ਼ਾਰਟ ਜਾਂ ਬਹੁਤ ਟਾਲ, ਇਹ ਜਿਹੜੀ ਆ ਇਹ ਵੀ ਇਸ ਤਰ੍ਹਾਂ ਦੀ ਗਰੋਥ ਲਈ ਵੀ ਹਾਰਮੋਨਸ ਹੀ ਰਿਸਪੌਂਸੀਬਲ ਆ। ਸੋ ਗਰੋਥ ਹਾਰਮੋਨ ਇਜ਼ ਵਨ ਆਫ ਦੀ ਹਾਰਮੋਨਸ ਸਿਕ੍ਰੀਟਡ ਬਾਈ ਦਾ ਪਿਟੂਟਰੀ ਗਲੈਂਡ। ਜਿੱਦਾਂ ਹੁਣ ਥਾਇਰਾਇਡ ਗਲੈਂਡ ਮੈਟਾਬੋਲਿਜ਼ਮ ਕੰਟਰੋਲ ਕਰਦੀ ਸੀ, ਇਸੇ ਤਰ੍ਹਾਂ ਪਿਟੂਟਰੀ ਗਲੈਂਡ ਜਿਹੜੀ ਆ ਉਹ ਸਾਡੀ ਗਰੋਥ ਲਈ ਰਿਸਪੌਂਸੀਬਲ ਆ। ਸੋ ਅੱਗੇ ਦੇਖਦੇ ਹਾਂ, ਵੀ ਮਸਟ ਹੈਵ ਨੋਟਿਸਡ ਮੈਨੀ ਡਰਾਮੈਟੀਕਲ ਚੇਂਜਿਸ in your appearance as well as that of your friends as you appreciated 10 to 12 years of age, ठीक है। These changes associated with puberty are because of the secretion of testosterone in male and estrogen in female। ਸੋ ਅਸੀਂ ਦੇਖਦੇ ਹਾਂ ਕਿ ਅਗਰ ਜਿਹੜਾ ਸਾਡਾ ਸਕੂਲ ਟਾਈਮ ਆ, ਪੁਬਰਟੀ ਏਜ ਆ, ਠੀਕ ਆ, 10 to 12 ਈਅਰ ਦੇ ਬੱਚਿਆਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਬੋਡੀਲੀ ਚੇਂਜਿਸ ਆਉਂਦੇ ਆ, ਠੀਕ ਆ। ਬॉयज़ ਦੇ ਵਿੱਚ ਜਿਹੜੀ ਆ ਉਹ ਉਹਨਾਂ ਦੀ ਵੌਇਸ ਚੇਂਜ ਹੋਣ ਲੱਗ ਜਾਂਦੀ, ਆਵਾਜ਼ ਭਾਰੀ ਹੋਣ ਲੱਗ ਜਾਂਦੀ, ਔਰ ਜਿਹੜੀਆਂ ਗਰਲਸ ਦੇ ਵਿੱਚ ਆ ਉਹਨਾਂ ਦੀ ਬ੍ਰੈਸਟ ਡਿਵੈਲਪਮੈਂਟ ਹੋਣ ਲੱਗ ਜਾਂਦੀ ਆ। ਕਿਉਂ ਹੁੰਦੀ ਆ? ਕਿਉਂਕਿ ਉਹ ਜਿਹੜੇ ਉਹਨਾਂ ਦੇ ਸੈਕਸ ਹਾਰਮੋਨਸ ਆ, ਮੇਲਸ ਦੇ ਵਿੱਚ ਟੈਸਟੋਸਟਰੋਨ ਔਰ ਫੀਮੇਲਸ ਦੇ ਵਿੱਚ ਐਸਟ੍ਰੋਜਨ ਜਿਹੜਾ ਸਿਕਰੀਟ ਹੋਣ ਲੱਗ ਜਾਂਦਾ ਇਸ ਏਜ ਦੇ ਵਿੱਚ ਜਾ ਕੇ। ਇਸ ਕਰਕੇ ਜਿਹੜੇ ਸਾਰੇ ਚੇਂਜਿਸ ਆਉਂਦੇ ਆ ਪਿਊਬਰਟੀ ਏਜ ਦੇ ਵਿੱਚ। ਸੋ ਨੈਕਸਟ, do you know anyone in your family or friend who have been advised by the doctor to take less sugar in their diet because they are suffering from diabetes? ਤੁਸੀਂ ਆਪਣੀ ਫੈਮਿਲੀ ਜਾਂ ਫਰੈਂਡ ਸਰਕਲ ਦੇ ਵਿੱਚ ਦੇਖਿਆ ਹੋਊਗਾ ਕਿ ਕਿਸੇ ਨੂੰ ਦੇਖਿਆ ਹੋਊਗਾ ਕਿ ਜਿਹਨੂੰ ਡਾਕਟਰ ਨੇ ਕਿਹਾ ਕਿ ਤੁਸੀਂ ਸ਼ੂਗਰ ਘੱਟ ਲਓ ਕਿਉਂਕਿ ਉਹ ਬੰਦਾ ਜਿਹੜਾ ਆ ਉਹ ਡਾਇਬਟੀਜ਼ ਤੋਂ ਸਫਰ ਕਰ ਰਿਹਾ ਆ, ਠੀਕ ਆ। ਸੋ ਠੀਕ ਹੈ, ਉਹ ਡਾਇਬਟੀਜ਼ ਤੋਂ ਸਫਰ ਕਰ ਰਿਹਾ। ਸੋ ਐਜ਼ ਅ ਟਰੀਟਮੈਂਟ ਦੇ ਮਾਈਟ ਵੀ ਟੇਕਿੰਗ ਇੰਜੈਕਸ਼ਨ ਆਫ ਇਨਸੂਲਿਨ, ਠੀਕ ਹੈ। ਉਸ ਟਰੀਟਮੈਂਟ ਦੇ ਲਈ ਉਹ ਇਨਸੂਲਿਨ ਲੈਂਦੇ ਆ। ਦਿਸ ਇਜ਼ ਦਾ ਹਾਰਮੋਨ। ਇਨਸੂਲਿਨ ਵੀ ਜਿਹੜਾ ਹੈ ਉਹ ਹਾਰਮੋਨ ਆ ਜਿਹੜਾ ਕਿ ਪ੍ਰੋਡਿਊਸ ਕੀਤਾ ਜਾਂਦਾ ਪੈਨਕ੍ਰੀਆਸ ਦੁਆਰਾ, ਔਰ ਪੈਨਕ੍ਰੀਆਸ ਔਰ ਇਨਸੂਲਿਨ ਫਿਰ ਹੈਲਪ ਕਰਦਾ ਬਲੱਡ ਸ਼ੂਗਰ ਲੈਵਲ ਨੂੰ ਬੋਡੀ ਦੇ ਵਿੱਚ ਰੈਗੂਲੇਟ ਕਰਨ ਦੇ ਲਈ, ਤਾਂ ਕਿ ਜਿਹੜੀ ਮਾਤਰਾ ਵਧੀ ਆ ਜਾਂ ਘਟੀ ਆ ਉਹਨੂੰ ਸਹੀ ਰੱਖਣ ਦੇ ਲਈ ਇਨਸੂਲਿਨ ਬੋਡੀ ਦੇ ਵਿੱਚ ਹੈਲਪ ਕਰਦਾ, ਜਿਹਨੂੰ ਪੈਨਕ੍ਰੀਆਸ ਪ੍ਰੋਡਿਊਸ ਕਰਦੇ ਆ। So if it is so important that hormone should be secreted in precise quantity, we need a mechanism through which is done. The timing and amount of hormone released are regulated by feedback mechanism। ਸੋ ਕਹਿੰਦੇ ਜਿਹੜੇ ਹਾਰਮੋਨਸ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਕਿ ਪ੍ਰੀਸਾਈਜ਼ ਜਿੰਨਾ ਉਹਨਾਂ ਦਾ ਅਮਾਊਂਟ ਬੋਡੀ ਵਿੱਚ ਚਾਹੀਦਾ ਉਨਾ ਹੀ ਸਕਰੀਟ ਹੋਵੇ। ਇਸ ਚੀਜ਼ ਲਈ ਸਾਨੂੰ ਇੱਕ ਮੈਕੈਨਿਜ਼ਮ ਬੋਡੀ ਦੇ ਵਿੱਚ ਚਾਹੀਦਾ ਤਾਂ ਕਿ ਇਹ ਸਹੀ ਤਰੀਕੇ ਨਾਲ ਹੋ ਸਕੇ। ਸੋ ਫੋਰ ਐਗਜ਼ਾਮਪਲ ਇੱਥੇ ਦਿੱਤੀ ਹੋਈ ਆ, ਇਫ ਦਾ ਸ਼ੂਗਰ ਲੈਵਲ ਇਨ ਬਲੱਡ ਰਾਈਜ਼, ਅਗਰ ਬਲੱਡ ਦੇ ਵਿੱਚ ਸ਼ੂਗਰ ਲੈਵਲ ਰਾਈਜ਼ ਹੋ ਜਾਂਦਾ ਆ ਤਾਂ ਇਹ ਬੋਡੀ ਦੇ ਵਿੱਚ ਆਪਾਂ ਪੜ੍ਹਿਆ ਨਾ ਇਨਸੂਲਿਨ ਪੈਨਕ੍ਰੀਆਸ ਦੇ ਦੁਆਰਾ ਸਕਰੀਟ ਹੁੰਦਾ। ਸੋ ਅਗਰ ਬਲੱਡ ਸ਼ੂਗਰ ਲੈਵਲ ਵੱਧ ਗਿਆ ਬੋਡੀ ਦੇ ਵਿੱਚ ਤਾਂ ਪੈਨਕ੍ਰੀਆਸ ਸੈੱਲ ਜਿਹੜੇ ਪੈਨਕ੍ਰੀਆ ਦੇ ਸੈੱਲਸ ਆ ਉਹਨਾਂ ਨੇ ਡਿਟੈਕਟ ਕਰਨਾ ਕਿ ਸ਼ੂਗਰ ਲੈਵਲ ਵੱਧ ਗਿਆ, ਤਾਂ ਉਹਨਾਂ ਨੇ ਕੀ ਕਰਨ ਲੱਗ ਜਾਣਾ, ਇਨਸੂਲਿਨ ਜ਼ਿਆਦਾ ਪ੍ਰੋਡਿਊਸ ਕਰਨ ਲੱਗ ਜਾਣੀ ਬੋਡੀ ਦੇ ਵਿੱਚ ਤਾਂ ਕਿ ਸ਼ੂਗਰ ਲੈਵਲ ਨੂੰ ਕੰਟਰੋਲ ਕਰ ਸਕੇ। ਇਸੇ ਤਰ੍ਹਾਂ ਅਗਰ ਸ਼ੂਗਰ ਲੈਵਲ ਘਟ ਗਿਆ ਤਾਂ ਇਨਸੂਲਿਨ ਵੀ ਘੱਟ ਹੀ ਪ੍ਰੋਡਿਊਸ ਹੋਣੀ ਬੋਡੀ ਦੇ ਵਿੱਚ। ਸੋ ਤੁਸੀਂ ਡਾਇਗਰਾਮ ਦੇ ਵਿੱਚ ਇੱਥੇ ਆਪਾਂ ਥਾਇਰੋਇਡ ਗਲੈਂਡ ਦੇਖੀ ਆ, ਠੀਕ ਹੈ, ਪਿਟੂਟਰੀ ਗਲੈਂਡ ਦੇਖੀ ਆ, ਉਹਨਾਂ ਦੀਆਂ ਡਾਇਗਰਾਮ ਉਹਨਾਂ ਦੀ ਪੋਜੀਸ਼ਨ ਵੀ ਬੋਡੀ ਦੇ ਵਿੱਚ ਦੇਖ ਸਕਦੇ ਆ, ਠੀਕ ਆ। ਸੋ ਇੱਧਰ ਦੇਖ ਸਕਦੇ ਆ ਕਿ ਇੱਧਰ ਥਾਇਰੋਇਡ ਹੁਣ ਇੱਧਰ ਮੇਲ ਬੋਡੀ ਫੀਮੇਲ ਬੋਡੀ ਦੱਸੀ ਹੋਈ ਆ, ਠੀਕ ਆ। ਥਾਇਰੋਇਡ ਗਲੈਂਡ ਜੀ ਇਹ ਆ, ਇਹ ਬਟਰਫਲਾਈ ਪੋਜੀਸ਼ਨ ਬਟਰਫਲਾਈ ਸ਼ੇਪ ਦੀ ਹੁੰਦੀ ਆ, ਠੀਕ ਆ। ਇਹ ਹੈਗੀ ਪਿਟੂਟਰੀ ਗਲੈਂਡ ਇੱਥੇ ਸਿਚੁਏਟਡ ਹੁੰਦੀ ਆ। ਸੋ ਜਦੋਂ ਜਿਹੜਾ ਆ ਆਇਓਡੀਨ ਡੈਫੀਸ਼ੀਐਂਸੀ ਹੋ ਜਾਂਦੀ ਤਾਂ ਜਿਹੜੀ ਨੈਕ ਜਿਹੜੀ ਆ ਸਵੈਲਨ ਅਪ ਹੋ ਜਾਂਦੀ, ਵੱਡੀ ਲਾਰਜ ਹੋਣ ਲੱਗ ਜਾਂਦੀ ਆ, ਠੀਕ ਆ। ਸੋ ਇਟਸ ਆਲ ਅਬਾਊਟ ਹਾਰਮੋਨ ਇਨ ਐਨੀਮਲਸ। ਇਹਦੇ ਨਾਲ ਰਿਲੇਟਡ ਕੋਈ ਵੀ ਤੁਹਾਨੂੰ ਪ੍ਰੋਬਲਮ ਆ, ਕੋਈ ਵੀ ਕੁਐਸਚਨ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਸਾਨੂੰ ਦੱਸ ਸਕਦੇ ਆ। ਥੈਂਕ ਯੂ।